आदाब, सत श्री अकाल, नमस्ते। उम्मीद करदा तुसीं सारे ठीक होवोगे। मैं हाज़र हाँ फिर तुहाडे लई एक नवीं कहानी लैके क्राइम डोज ते। अज दी कहानी है भारत दे मोस्ट वांटड गैंगस्टर बिरप्पन दी। बिरप्पन दा सामराज सी जिहड़ा एक पूरे जंगल दे विच पूरी तरह फैलिया होया सी। तामिलनाडु, करनाटका, केरल, इत्थों ਦੀਆਂ ਜਿਹੜੀਆਂ ਸਰਕਾਰਾਂ ਸੀ, ਇੱਥੋਂ ਦੇ ਲੋਕ ਸੀ, ਬਹੁਤ ਸਾਰੇ ਉਸ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਸੀ। 20 ਸਾਲ ਤੱਕ ਬਿਰਪਨ ਇਹਨਾਂ ਤਿੰਨਾਂ ਸਟੇਟਸ ਦੇ ਜੰਗਲ ਵਿੱਚ ਆਪਣਾ ਜਿਹੜਾ ਰਾਜ ਸੀ ਪੂਰੀ ਤਰ੍ਹਾਂ ਕਾਇਮ ਕਰਕੇ ਰੱਖਿਆ ਸੀ। ਉਸਨੇ ਬਹੁਤ ਸਾਰੇ ਬੇਗੁਨਾਹ ਲੋਕਾਂ ਨੂੰ ਮਾਰਿਆ। ਉਹ ਜਗ੍ਹਾ ਜਗ੍ਹਾ ਲੈਂਡ ਮਾਈਨਸ ਜਿਹੜੇ ਸੀ ਉਹ ਵਿਛਾ ਕੇ ਰੱਖਦਾ ਸੀ। ਮਤਲਬ ਕਿ ਉਹਦਾ ਜਿਹੜਾ ਆਂਤਿਕ ਸੀ, ਕਹਿ ਸਕਦੇ ਜਿਹਨੂੰ ਜ਼ੁਲਮ ਸੀ, ਉਹ ਬਹੁਤ ਹੀ ਖੂੰਖਾਰ ਅਤੇ ਖਤਰਨਾਕ ਸੀ। ਤਾਮਿਲਨਾਡੂ, ਕਰਨਾਟਕਾ ਦੀ ਜੁਆਇੰਟ STF ਨੇ ਮਿਲ ਕੇ ਬਿਰਪਨ ਦਾ ਕੀ ਹੈ ਇਨਕਾਊਂਟਰ ਕਰਿਆ ਸੀ 18 ਅਕਤੂਬਰ 2004 ਨੂੰ। ਕਹਿ ਸਕਦੇ ਹਾਂ ਉਹ ਇੱਕ ਜੰਗਲ ਦਾ ਰਾਜਾ ਸੀ। ਆਪਾਂ ਜੰਗਲ ਵੀ ਨਹੀਂ ਕਹਿ ਸਕਦੇ, ਜੰਗਲ ਇੱਕ ਤਰ੍ਹਾਂ ਬਿਰਪਨ ਦਾ ਕੀ ਸੀ ਘਰ ਬਣ ਚੁੱਕਿਆ ਸੀ। ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਗ੍ਹਾ ਜਗ੍ਹਾ ਲੈਂਡ ਮਾਈਨ ਵਿਛਾ ਕੇ ਰੱਖਦਾ ਸੀ। ਜੋ ਵੀ ਚੀਜ਼ ਉਹਦੇ ਉੱਪਰ ਦੀ ਕ੍ਰਾਸ ਕਰਦੀ ਸੀ, ਗੱਡੀਆਂ, ਕਾਰਾਂ, ਲੋਕ ਜੋ ਵੀ ਕੁਛ ਸੀ, ਉਹ ਪੂਰੀ ਤਰ੍ਹਾਂ ਉਤਵਾਕੇ ਦਾ ਕੀ ਸੀ ਸ਼ਿਕਾਰ ਹੋ ਜਾਂਦੇ ਸੀ। ਇਸ ਲਈ ਬਿਰਪਨ ਨੂੰ ਫੜ ਪਾਉਣਾ ਆਮ ਲੋਕਾਂ ਅਤੇ ਆਮ ਪੁਲਿਸ ਦੇ ਵੱਸ ਦੀ ਗੱਲ ਨਹੀਂ ਰਹੀ। ਇਸ ਲਈ ਕਰਨਾਟਕ ਸਰਕਾਰ ਅਤੇ ਤਾਮਿਲਨਾਡੂ ਸਰਕਾਰ ਨੇ ਮਿਲ ਕੇ ਸਪੈਸ਼ਲ ਟਾਸਕ ਫੋਰਸ ਬਣਾਈ ਬਿਰਪਨ ਦੇ ਲਈ। ਕਿਹਾ ਜਾਂਦਾ ਹੈ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ STF ਦਾ ਗਠਨ ਸੀ ਜਿਹੜਾ ਉਹ ਤਾਮਿਲਨਾਡੂ ਅਤੇ ਕਰਨਾਟਕਾ ਸਰਕਾਰ ਦੇ ਦੁਆਰਾ ਕੀਤਾ ਗਿਆ ਸੀ। ਕੁੱਲ 20 ਸਾਲ ਦੇ ਵਿੱਚ ਬਿਰਪਨ ਨੇ 184 ਲੋਕਾਂ ਦਾ ਕਤਲ ਕੀਤਾ, ਜਿਸ ਦੇ ਵਿੱਚ ਜ਼ਿਆਦਾਤਰ ਜੋ ਕਿ ਪੁਲਿਸ ਆਫੀਸਰ ਸੀ ਜਾਂ ਫਿਰ ਫੋਰੈਸਟ ਆਫੀਸਰ ਸੀ। ਫੋਰੈਸਟ ਆਫੀਸਰ ਦਾ ਹੋਣਾ ਤਾਂ ਸੰਭਵ ਵੀ ਸੀ ਕਿਉਂਕਿ ਉਹ ਜੰਗਲ ਦੇ ਵਿੱਚ ਰਹਿੰਦੇ ਸੀ। ਜੰਗਲ ਦੇ ਵਿੱਚ ਉਹਨਾਂ ਦੀ ਕੀ ਸੀ ਡਿਊਟੀ ਸੀ, ਇੱਧਰ ਉੱਧਰ ਘੁੰਮਦੇ ਰਹਿੰਦੇ ਸੀ। ਜਿੱਥੇ ਵੀ ਬਿਰਪਨ ਨੂੰ ਫੋਰੈਸਟ ਡਿਪਾਰਟਮੈਂਟ ਦਾ ਕੋਈ ਵੀ ਆਫੀਸਰ ਮਿਲ ਜਾਂਦਾ ਸੀ ਤਾਂ ਕਿ ਉਹਦੀ ਹੱਤਿਆ ਕਰ ਦਿੰਦਾ ਸੀ। ਇਸ ਲਈ ਆਪਣੇ 20 ਸਾਲ ਦੇ ਕ੍ਰਿਮੀਨਲ ਕੈਰੀਅਰ ਦੇ ਵਿੱਚ ਬਿਰਪਨ ਨੇ 184 ਲੋਕਾਂ ਨੂੰ ਮਾਰਿਆ। ਇਹਨਾਂ ਦੇ ਵਿੱਚ ਕੁਛ ਆਮ ਲੋਕ ਵੀ ਸੀ। ਉਸ ਨੂੰ ਜੇਕਰ ਪਤਾ ਲੱਗਦਾ ਸੀ ਕੋਈ ਆਮ ਲੋਕ ਕਿਸੇ ਪੁਲਿਸ ਆਫੀਸਰ ਦੇ ਨਾਲ ਘੁੰਮ ਰਿਹਾ ਜਾਂ ਉਸ ਨੂੰ ਉਹ ਦੇਖ ਲੈਂਦਾ ਸੀ ਤਾਂ ਉਸ ਨੂੰ ਕੀ ਹੈ ਉਸ ਦੀ ਸਜ਼ਾ ਉਹ ਮੌਤ ਦੇ ਰੂਪ ਦੇ ਵਿੱਚ ਦਿੰਦਾ ਸੀ। ਇਸ ਤੋਂ ਇਲਾਵਾ ਬਿਰਪਨ ਨੇ 2000 ਹਾਥੀਆਂ ਨੂੰ ਵੀ ਬਿਰਪਨ ਦੇ ਉੱਪਰ 2000 ਹਾਥੀਆਂ ਨੂੰ ਵੀ ਮਾਰਨ ਦਾ ਆਰੋਪ ਹੈ। ਹਾਥੀਆਂ ਨੂੰ ਮਾਰਨ ਦੀ ਵਜ੍ਹਾ ਇਹ ਸੀ ਕਿ ਬਿਰਪਨ ਜਿਹੜੇ ਹਾਥੀਆਂ ਦੇ ਦੰਦ ਸੀ ਉਹਨਾਂ ਦੀ ਤਸਕਰੀ ਕਰਦਾ ਸੀ। ਇਸ ਤੋਂ ਇਲਾਵਾ ਉਹ ਜੰਗਲ ਦੇ ਵਿੱਚ ਜਿੰਨੀ ਵੀ ਚੰਦਨ ਦੀ ਲੱਕੜ ਸੀ ਉਸ ਦਾ ਵੀ ਕੀ ਹੈ ਉਹ ਉਸ ਦੀ ਤਸਕਰੀ ਕਰਦਾ ਸੀ। ਕਿਹਾ ਜਾਂਦਾ ਹੈ ਕਰੀਬ 1000 ਟਨ ਦੇ ਕਰੀਬ ਉਸਨੇ ਚੰਦਨ ਦੀ ਲੱਕੜੀ ਦੀ ਕੀ ਹੈ ਤਸਕਰੀ ਕੀਤੀ ਸੀ, ਜਿਸ ਦੀ ਲਗਭਗ ਕੀਮਤ ਬਣਦੀ ਹੈ 2.5 ਕਰੋੜ USA ਡਾਲਰ। ਸਿਰਫ ਹਾਥੀ ਦੇ ਦੰਦਾਂ ਨਾਲ 30 ਲੱਖ ਡਾਲਰ ਦੀ ਜੋ ਤਸਕਰੀ ਹੈ ਉਹ ਬਿਰਪਨ ਦੇ ਦੁਆਰਾ ਕੀਤੀ ਗਈ ਸੀ। ਇੱਕ ਤਰ੍ਹਾਂ ਬਿਰਪਨ ਕੀ ਸੀ ਪੁਲਿਸ ਦੇ ਲਈ ਇੱਕ ਛਲਾਵਾ ਬਣਿਆ ਹੋਇਆ ਸੀ। ਬਿਰਪਨ ਦਾ ਜਨਮ 1952 ਈਸਵੀ ਦੇ ਵਿੱਚ ਗੋਪੀਨਾਥਨ ਪਿੰਡ ਦੇ ਵਿੱਚ ਹੋਇਆ, ਜੋ ਕਿ ਤਾਮਿਲਨਾਡੂ ਅਤੇ ਕਰਨਾਟਕਾ ਸਟੇਟ ਦੇ ਬਾਰਡਰ ਦੇ ਉੱਪਰ ਹੀ ਸੀ, ਜੰਗਲ ਦੇ ਕੋਲ। 1970 ਦੇ ਵਿੱਚ ਬਿਰਪਨ ਨੇ ਆਪਣਾ ਪਹਿਲਾ ਕ੍ਰਾਈਮ ਕੀਤਾ। 17 ਸਾਲ ਦੀ ਉਮਰ ਦੇ ਵਿੱਚ ਬਿਰਪਨ ਨੇ ਆਪਣਾ ਜੋ ਕਿ ਪਹਿਲਾ ਕਤਲ ਕੀਤਾ। ਬਿਰਪਨ ਨੇ ਆਪਣੇ ਗੈਂਗ ਸੀ ਜਿਹੜੀ ਉਹ 100 ਲੋਕਾਂ ਦੀ ਇੱਕ ਗੈਂਗ ਬਣਾਈ ਹੋਈ ਸੀ। ਉਸਦੇ ਗੈਂਗ ਦੇ ਵਿੱਚ 100 ਮੈਂਬਰ ਸੀ। ਕਿਹਾ ਜਾਂਦਾ ਕਿ ਜਿਹੜਾ ਬਿਰਪਨ ਦਾ ਨਿਸ਼ਾਨਾ ਸੀ ਉਹ ਇੰਨਾ ਸਹੀ ਅਤੇ ਸਟੀਕ ਸੀ, ਜਦੋਂ ਉਹ ਕਿਸੇ ਵੀ ਹਾਥੀ ਨੂੰ ਮਾਰਦਾ ਸੀ ਤਾਂ ਉਸ ਦੇ ਗੈਂਗ ਦਾ ਕੋਈ ਵੀ ਜਿਹੜਾ ਬੰਦਾ ਹੈ ਉਸ ਘਟਨਾ ਨੂੰ ਅੰਜਾਮ ਨਹੀਂ ਦਿੰਦਾ ਸੀ। ਉਹ ਖੁਦ ਹਾਥੀ ਨੂੰ ਗੋਲੀ ਖੁਦ ਆਪਣੇ ਹੱਥੀਂ ਮਾਰਦਾ ਸੀ।
ਉਸਦਾ ਸਹੀ ਨਿਸ਼ਾਨਾ ਸਟੀਕ ਹੋਣ ਦਾ ਜੋ ਪ੍ਰਮਾਣ ਹੈ ਉਹ ਇਹ ਹੈ ਕਿ ਉਹ ਹਾਥੀ ਦੇ ਠੀਕ ਸਹੀ ਪਿਛਾਹੀ 'ਤੇ ਨਿਸ਼ਾਨਾ ਮਾਰਦਾ ਸੀ। ਪਿਛਾਹੀ 'ਤੇ ਨਿਸ਼ਾਨਾ ਮਾਰਦਾ ਸੀ। ਇਸ ਤਰ੍ਹਾਂ ਕਿ ਹਾਥੀ ਜਿਹੜੇ ਮਰ ਜਾਂਦੇ। ਇਸ ਤਰ੍ਹਾਂ ਉਸਨੇ 2000 ਹਾਥੀਆਂ ਦਾ ਕਤਲ ਕੀਤਾ। ਆਲਰੇਡੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਉਹ ਕੀ ਕਰਦਾ ਸੀ, ਉਹਨਾਂ ਦੇ ਦੰਦ ਕੱਢ ਕੇ ਉਹਨਾਂ ਦੀ ਤਸਕਰੀ ਕਰਦਾ ਸੀ। ਨਾਲ ਚੰਦਨ 'ਤੇ ਤੁਹਾਨੂੰ ਦੱਸਿਆ ਹਾਥੀ ਦਾ ਧੰਦਾ ਸੀ। ਇਸ ਤੋਂ ਇਲਾਵਾ ਵੀਰੱਪਨ ਨੇ ਕਿਡਨੈਪਿੰਗ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ। ਉਹ ਕਿਡਨੈਪ ਕਰਕੇ ਵੱਡੇ ਅਧਿਕਾਰੀਆਂ ਜਾਂ ਵੱਡੇ ਮੰਤਰੀਆਂ ਨੂੰ ਕਿਡਨੈਪ ਕਰ ਲੈਂਦਾ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਵੱਡੀ ਰਕਮ ਦੇ ਵਿੱਚ ਵਸੂਲੀ ਕਰਦਾ ਸੀ ਅਤੇ ਫਿਰ ਹੀ ਉਹਨਾਂ ਨੂੰ ਉੱਥੋਂ ਰਿਹਾ ਕਰਦਾ ਸੀ। ਵੀਰੱਪਨ ਇੱਕ ਬਹੁਤ ਹੀ ਖੂੰਖਾਰ ਅਤੇ ਖਤਰਨਾਕ ਗੈਂਗਸਟਰ ਜੋ ਕਿ ਸਿਰਫ ਜੰਗਲ ਦੇ ਵਿੱਚ ਰਹਿੰਦਾ ਸੀ। ਜਿਹੜਾ ਜੰਗਲ ਸੀ ਉਹ 3 ਸਟੇਟਾਂ ਦੀ ਆਪਸ ਦੇ ਵਿੱਚ ਸੀਮਾ ਦੇ ਵਿੱਚ ਜੁੜਿਆ ਹੋਇਆ ਸੀ। ਤਾਮਿਲਨਾਡੂ, ਕਰਨਾਟਕਾ ਅਤੇ ਕੇਰਲਾ, ਇਹ ਤਿੰਨੇ ਹੀ ਆਪਸ ਵਿੱਚ ਜੁੜੇ ਹੋਏ ਸੀ। ਇਸ ਲਈ ਵੀਰੱਪਨ ਨੂੰ ਫੜਨਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਸੀ। ਇੱਕ ਵਾਰ ਕੀ ਹੁੰਦਾ, ਉਹ ਗਲਤੀ ਦੇ ਨਾਲ ਉਸਨੂੰ ਲੱਗਦਾ ਕਿ ਕੋਈ ਇਹ ਪੁਲਿਸ ਮੁਲਾਜ਼ਮ ਜਾਂ ਕੁਛ ਹੋਰ ਨੇ। ਉਹ ਕੀ ਕਰਦਾ, 2 ਫੋਟੋਗ੍ਰਾਫਿਕ ਜੋ ਉੱਥੇ ਜੰਗਲ ਦੇ ਵਿੱਚ ਫੋਟੋਗ੍ਰਾਫੀ ਕਰਨ ਗਏ ਹੁੰਦੇ ਨੇ, ਠੀਕ ਹੈ, ਸਲਾਈ ਉਹਨਾਂ ਨੂੰ ਕਿਡਨੈਪ ਕਰ ਲੈਂਦਾ। ਬਾਅਦ 'ਚ ਪਤਾ ਲੱਗਦਾ ਕਿ ਉਸਨੇ ਉਹ ਗਲਤੀ ਨਾਲ ਉਹਨਾਂ ਨੂੰ ਕਿਡਨੈਪ ਕਰ ਲਿਆ। ਉਹ ਨੈਸ਼ਨਲ ਜੀਓਗ੍ਰਾਫਿਕ ਚੈਨਲ ਦੇ 2 ਆਪਾਂ ਪੱਤਰਕਾਰ ਕਹਿ ਸਕਦੇ ਹਾਂ ਜਾਂ ਜਰਨਲਿਸਟ ਕਹਿ ਸਕਦੇ ਹਾਂ, ਉਹਨਾਂ ਨੂੰ ਕੈਦ ਕਰ ਲੈਂਦਾ। ਕੁਛ 9 ਦਿਨਾਂ ਬਾਅਦ ਫਿਰ ਉਹ ਇਹਨਾਂ ਨੂੰ ਉੱਥੋਂ ਰਿਹਾ ਕਰ ਦਿੰਦਾ ਹੈ। ਵੀਰੱਪਨ ਨੂੰ ਆਡੀਓ ਵੀਡੀਓ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਉਹ ਆਪਣੀਆਂ ਆਡੀਓ ਵੀਡੀਓ ਬਣਾ ਕੇ ਹੀ ਆਪਣਾ ਮਤਲਬ ਕਿ ਅੰਤਿਕ ਦਿਖਾਉਣ ਲਈ, ਆਪਣਾ ਜ਼ੁਲਮ ਦਿਖਾਉਣ ਲਈ, ਆਪਣੀ ਦਹਿਸ਼ਤ ਫੈਲਾਉਣ ਲਈ ਆਪਣੀਆਂ ਆਡੀਓ ਵੀਡੀਓ ਨੂੰ ਵਾਇਰਲ ਕਰਦਾ ਰਹਿੰਦਾ ਸੀ। ਫਿਰ ਦੋਵਾਂ ਨੇ ਆ ਕੇ ਜੋ ਇਹ 2 ਫੋਟੋਗ੍ਰਾਫਰ ਸੀ, ਇਹਨਾਂ ਨੇ ਆ ਕੇ ਕੀ ਕੀਤਾ, ਵੀਰੱਪਨ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਜੋ STF ਦੇ ਅਧਿਕਾਰੀਆਂ ਨੂੰ ਦਿੱਤੀ ਵੀ ਉਹ ਕੀ ਕਰਦਾ, ਉਹਦੇ ਕੀ ਸ਼ੌਂਕ ਨੇ, ਕਿੱਦਾਂ ਰਹਿੰਦਾ ਅਤੇ ਉਹਦੇ ਕੋਲ ਗੈਂਗ ਦੇ ਕਿੰਨੇ ਮੈਂਬਰ ਨੇ, ਕਿੱਥੇ ਤਾਇਨਾਤ ਰਹਿੰਦੇ ਨੇ। ਇਹ ਸਭ ਜਾਣਕਾਰੀ ਉਹਨਾਂ ਨੇ ਆ ਕੇ STF ਨੂੰ ਦਿੱਤੀ। 1992 ਦਾ ਦਸ਼ਕ ਆਉਂਦੇ ਵੀਰੱਪਨ ਕੀ ਸੀ, ਬਹੁਤ ਖਤਰਨਾਕ ਹੋ ਚੁੱਕਾ ਸੀ। ਇਸ ਟਾਈਮ ਤੋਂ 1970 ਤੋਂ ਲੈ ਕੇ 1970 ਦੇ ਵਿੱਚ ਉਹਨੇ ਪਹਿਲਾ ਕ੍ਰਾਈਮ ਕੀਤਾ। ਉਸ ਤੋਂ ਬਾਅਦ ਮਤਲਬ ਕਿ ਉਸਦਾ ਘੱਟ ਕ੍ਰਾਈਮ ਸੀ। ਜਿਹੜੇ ਲਾਸਟ ਵਾਲੇ 20 ਸਾਲ ਸੀ, 18 ਅਕਤੂਬਰ 2004 ਨੂੰ ਉਹਦੀ ਹੱਤਿਆ ਹੋਈ। ਤੁਸੀਂ ਲੈ ਲਓ ਵੀ 14 ਸਾਲ ਇਹ 6 ਉਹ 1986 ਤੋਂ ਲੈ ਕੇ 2004 ਤੱਕ ਉਸਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਉਹ ਕ੍ਰਾਈਮ ਤਾਂ ਉਸਨੇ ਪਹਿਲਾਂ 1970 ਵਿੱਚ ਹੀ ਕਰ ਦਿੱਤਾ ਸੀ, ਪਰ ਉਹ ਹੌਲੀ ਵੱਧਦਾ ਉੱਪਰ ਜਾ ਰਿਹਾ ਸੀ। 1992 ਆਉਂਦੇ ਵੀਰੱਪਨ ਬਹੁਤ ਖਤਰਨਾਕ ਹੋ ਗਿਆ। ਉਹਨੇ ਬਹੁਤ ਸਾਰੇ ਲੋਕਾਂ ਦੀ ਕਿਡਨੈਪਿੰਗ ਕੀਤੀ ਅਤੇ ਬਹੁਤ ਸਾਰੀ ਵਸੂਲੀ ਕੀਤੀ। ਇੱਕ ਵਾਰ STF ਵੱਲੋਂ ਪੁਲਿਸ ਦੀਆਂ 2 ਬੱਸਾਂ ਭਰ ਕੇ ਵੀਰੱਪਨ ਦਾ ਆਪਰੇਸ਼ਨ ਕਰਨ ਦੇ ਲਈ ਜੰਗਲ ਵੱਲ ਨੂੰ ਭੇਜ ਦਿੱਤੀਆਂ। ਇਸ ਆਪਰੇਸ਼ਨ ਬਾਰੇ ਵੀਰੱਪਨ ਦੇ ਮੁਖਬਰਾਂ ਨੇ ਵੀਰੱਪਨ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਦੇ ਦਿੱਤੀ। ਵੀਰੱਪਨ ਨੇ ਜਿਸ ਰਸਤੇ ਤੋਂ ਉਹਨਾਂ ਬੱਸਾਂ ਨੇ ਆਉਣਾ ਸੀ ਉੱਥੇ ਲੈਂਡ ਮਾਈਨਸ ਵਿਛਾ ਦਿੱਤੇ ਅਤੇ ਜਿਹੜੀਆਂ ਦੋਨੇ ਬੱਸਾਂ ਸੀ ਉਹ ਪੂਰੀ ਤਰ੍ਹਾਂ ਦੁਰਸਤ ਹੋ ਗਈਆਂ ਸੀ। ਉਸ ਟਾਈਮ ਉਸ ਦੇ ਵਿੱਚ 22 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ, ਜੋ ਕਿ ਇੱਕ ਬਹੁਤ ਹੀ ਖੂੰਖਾਰ ਅਤੇ ਖਤਰਨਾਕ ਹਾਦਸਾ ਸੀ ਜਿਸ ਨੂੰ ਵੀਰੱਪਨ ਦੇ ਦੁਆਰਾ ਅੰਜਾਮ ਦਿੱਤਾ ਗਿਆ। ਕਿਹਾ ਜਾਂਦਾ ਹੈ ਵੀਰੱਪਨ ਦੀ ਇੱਕ ਇਹ ਖਾਸੀਅਤ ਸੀ ਕਿ ਉਹ ਲੰਬੇ ਸਮੇਂ ਤੋਂ ਜੰਗਲ ਦੇ ਵਿੱਚ ਰਹਿ ਰਿਹਾ ਸੀ। ਉਸਨੂੰ ਪੂਰੀਆਂ ਚੀਜ਼ਾਂ ਦਾ ਜਿਹੜਾ ਆਪਣਾ ਐਕਸਪੀਰੀਅੰਸ ਹੋ ਚੁੱਕਿਆ ਸੀ। ਜੰਗਲ ਦੇ ਵਿੱਚ ਕਿਸੇ ਵੀ ਪੇੜ ਜਾਂ ਆਪਣੇ ਦਰਖਤ ਦਾ ਜਦੋਂ ਪੱਤਾ ਸਰਕਦਾ ਸੀ ਉਹ ਉਸ ਤੋਂ ਅੰਦਾਜ਼ਾ ਲਾ ਲੈਂਦਾ ਸੀ ਵੀ ਕਿਹੜੀ ਚੀਜ਼ ਹੈ ਜੋ ਉਸ ਵੱਲ ਤੋਂ ਇੱਧਰ ਨੂੰ ਆ ਰਹੀ ਹੈ। ਇਹ ਉਸਦਾ ਇੱਕ ਤਜਰਬਾ ਸੀ।
ਜੋ ਤੁਹਾਨੂੰ ਮੈਂ ਦੱਸਿਆ ਹੈ, ਜੋ ਦੋ ਬੱਸਾਂ ਜੰਗਲ ਵੱਲ ਜਾ ਰਹੀਆਂ ਸੀ, ਇਸ ਵਿੱਚ 22 ਪੁਲਿਸ ਮੁਲਾਜ਼ਮਾਂ ਦੀ ਲੈਂਡ ਮਾਈਨਸ ਦੇ ਨਾਲ ਇੱਕ ਧਮਾਕੇ ਦੇ ਨਾਲ ਮੌਤ ਹੋ ਜਾਂਦੀ ਹੈ। ਇਹ ਬ੍ਰਿਪਨ ਦਾ ਇੱਕ ਪਹਿਲਾ ਸਮੂਹਿਕ ਕਤਲੇਆਮ ਸੀ ਜਿਸ ਨੂੰ ਕਤਲੇਆਮ ਸਮੂਹਿਕ ਹੱਤਿਆਕਾਂਡ ਵੀ ਕਹਿ ਸਕਦੇ ਹਾਂ। ਇੱਕ ਵਾਰ ਕੀ ਹੁੰਦਾ ਹੈ, ਬ੍ਰਿਪਨ ਨੂੰ STF ਦੁਆਰਾ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ। ਉਹ 4 ਦਿਨਾਂ ਤੱਕ ਉੱਥੇ ਹੀ ਜੰਗਲ ਦੇ ਵਿੱਚ ਹੀ ਪੁਲਿਸ ਦੀ ਕਸਟਡੀ ਦੇ ਵਿੱਚ ਰਹਿੰਦਾ ਹੈ। ਅਤੇ ਉਹ ਉਹ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਉਸਦੇ ਸਿਰ ਦੇ ਵਿੱਚ ਜੋ ਬਹੁਤ ਸਾਰਾ ਦਰਦ ਹੋ ਰਿਹਾ ਹੈ, ਇਸ ਲਈ ਉਸਨੇ ਮਾਲਿਸ਼ ਕਰਨੀ, ਉਸਨੂੰ ਤੇਲ ਚਾਹੀਦਾ ਹੈ। ਉਸ ਸਮੇਂ ਪੁਲਿਸ ਉਸਨੂੰ ਤੇਲ ਦੇ ਦਿੰਦੀ ਹੈ। ਬ੍ਰਿਪਨ ਆਪਣੀ ਸ਼ੈਤਾਨ ਦਿਮਾਗ ਦੇ ਨਾਲ ਕਰਦਾ, ਦੋਵੇਂ ਹੱਥਾਂ 'ਤੇ ਤੇਲ ਨੂੰ ਲਗਾਉਂਦਾ ਹੈ, ਆਪਣੀਆਂ ਕਲਾਈਆਂ 'ਤੇ ਤੇਲ ਨੂੰ ਲਗਾਉਂਦਾ ਹੈ। ਜਿਹੜੀ ਉਹਦੇ ਹੱਥ 'ਤੇ ਹੱਥਕੜੀ ਲੱਗੀ ਹੁੰਦੀ ਹੈ ਉਹ ਬਾਹਰ ਹੋ ਜਾਂਦੀ ਹੈ ਅਤੇ ਬ੍ਰਿਪਨ ਉੱਥੋਂ ਗਾਇਬ ਹੋ ਜਾਂਦਾ ਹੈ। ਇਹ ਵੀ ਇੱਕ ਘਟਨਾ ਸੁਣਨ ਦੇ ਵਿੱਚ ਆਈ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ, ਤਾਮਿਲਨਾਡੂ ਅਤੇ ਕਰਨਾਟਕਾ ਸਰਕਾਰ ਜਦੋਂ ਪਤਾ ਲੱਗਦਾ ਵੀ ਬ੍ਰਿਪਨ ਪੁਲਿਸ ਦੀ ਕਸਟਡੀ ਦੇ ਵਿੱਚੋਂ ਫਰਾਰ ਹੋ ਗਿਆ ਹੈ, ਤਾਂ ਤਾਮਿਲਨਾਡੂ ਅਤੇ ਕਰਨਾਟਕਾ ਦੀ ਸਰਕਾਰ ਕੀ ਕਰਦੀ ਹੈ, ਪੁਲਿਸ ਅਤੇ STF ਦੇ ਉੱਪਰ ਬਹੁਤ ਸਾਰਾ ਪ੍ਰੈਸ਼ਰ ਪਾਉਂਦੀ ਹੈ ਕਿ ਤੁਹਾਡੀ ਕੀ ਡਿਊਟੀ ਹੈ, ਕਿੱਦਾਂ ਤੁਹਾਡੇ ਵਿੱਚੋਂ ਇੱਕ ਜੋ ਬਹੁਤ ਵੱਡਾ ਕ੍ਰਿਮੀਨਲ ਉਹ ਕਿੱਦਾਂ ਮਤਲਬ ਕਿ ਉੱਥੋਂ ਰਿਹਾ ਹੋ ਸਕਦਾ, ਭੱਜ ਸਕਦਾ। ਇਸ ਤਰ੍ਹਾਂ ਪੁਲਿਸ ਬਹੁਤ ਹੀ ਪ੍ਰੈਸ਼ਰ ਦੇ ਵਿੱਚ ਆਉਂਦੀ ਹੈ। 1991 ਦੇ ਵਿੱਚ ਬ੍ਰਿਪਨ ਇੱਕ ਸੰਨ 1991 ਦੇ ਵਿੱਚ ਬ੍ਰਿਪਨ ਮੁਖੂ ਲਕਸ਼ਮੀ ਨਾਂ ਦੀ ਉਸ ਦੀ ਹੀ ਬਰਾਦਰੀ ਦੀ ਔਰਤ ਦੇ ਨਾਲ ਸ਼ਾਦੀ ਕਰ ਲੈਂਦਾ ਹੈ। ਇਸ ਤੋਂ ਬਾਅਦ ਉਸ ਦੀ 3 ਬੇਟੀਆਂ ਹੁੰਦੀਆਂ ਨੇ। ਇੱਕ ਦਿਨ ਕੀ ਹੁੰਦਾ ਹੈ, ਜਿਹੜੀ ਤੀਸਰੀ ਬੇਟੀ ਹੁੰਦੀ ਹੈ, ਉਸਦੇ ਜਨਮ ਹੋਏ ਨੂੰ ਕੁਝ ਹੀ ਦਿਨ ਹੁੰਦੇ ਨੇ। ਉਹ ਨਿੱਕੀ ਬੱਚੀ ਰਾਤ ਨੂੰ ਮਤਲਬ ਕਿ ਰੋਂਦੀ ਹੈ, ਉੱਚੀ ਚੀਕ ਸ਼ੋਰ ਸ਼ਰਾਬਾ ਕਰਦੀ ਹੈ। ਉਸ ਟਾਈਮ 'ਤੇ 22 ਪੁਲਿਸ ਮੁਲਾਜ਼ਮ ਮਾਰੇ ਸੀ ਉਹ ਘਟਨਾ ਕਰਕੇ, ਅਤੇ ਹੋਰ ਸਾਰੇ ਕ੍ਰਾਈਮ ਕੀਤੇ ਸੀ। ਇਸ ਤਰ੍ਹਾਂ ਜਿਹੜੀ STF ਸੀ ਪੂਰੀ ਤਰ੍ਹਾਂ ਐਕਸ਼ਨ ਦੇ ਵਿੱਚ ਸੀ। ਇਸ ਨੂੰ ਲੈ ਕੇ ਬ੍ਰਿਪਨ ਕੀ ਕਰਦਾ ਹੈ, ਜਦੋਂ ਉਹ ਰਾਤ ਨੂੰ ਰੋਂਦੀ ਹੈ ਬੱਚੀ ਨਾ, ਤਾਂ ਉਹ ਇਸ ਡਰ ਦਾ ਮਾਰਾ ਕਿ ਇਸ ਦੇ ਸ਼ੋਰ ਨਾਲ, ਇਸ ਦੀ ਆਵਾਜ਼ ਨਾਲ ਉਸ ਦੀ ਜਗ੍ਹਾ ਦਾ ਨਾ ਪਤਾ ਲੱਗ ਸਕੇ ਅਤੇ STF ਉਹ ਕਿਸੇ ਖਤਰੇ ਵਿੱਚ ਨਾ ਪੈ ਜਾਵੇ, ਤਾਂ ਉਹ ਆਪਣੇ ਹੱਥੀਂ ਹੀ ਆਪਣੀ ਤੀਸਰੀ ਬੇਟੀ ਦਾ ਗਲਾ ਘੋਟ ਕੇ ਉਸ ਦੀ ਹੱਤਿਆ ਕਰ ਦਿੰਦਾ ਹੈ। ਤੁਸੀਂ ਸੋਚ ਸਕਦੇ ਹੋ ਵੀ ਉਹ ਕਿੰਨਾ ਖੰਖੂਰ, ਇਸ ਘਟਨਾ ਤੋਂ ਦੇਖ ਸਕਦੇ ਹੋ ਵੀ ਉਹ ਕਿੰਨਾ ਖੰਖੂਰ ਅਤੇ ਅੰਤਕੀ ਬੰਦਾ ਸੀ ਜਿਸ ਨੇ ਬਹੁਤ ਸਾਰੇ ਜ਼ੁਲਮ ਅਤੇ ਸਿਤਮ ਢਾਏ। ਸੰਨ 2000 ਦੇ ਵਿੱਚ ਕਰਨਾਟਕਾ ਦੇ ਕੀ ਹੁੰਦਾ, ਸੰਨ 2000 ਦੇ ਵਿੱਚ ਕਰਨਾਟਕਾ ਦੇ ਮਸ਼ਹੂਰ ਐਕਟਰ ਇੱਕ ਰਾਜ ਕੁਮਾਰ ਹੁੰਦਾ, ਜੋ ਕਿ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਸਿਤਾਰਾ ਹੁੰਦਾ ਹੈ, ਉੱਥੋਂ ਦੀ ਲੋਕਲ ਫਿਲਮ ਇੰਡਸਟਰੀ ਦਾ, ਮਤਲਬ ਕਿ ਰਾਜ ਕੁਮਾਰ, ਉਹ ਉਸ ਨੂੰ ਕਿਡਨੈਪ ਕਰ ਲੈਂਦਾ।